ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜਿਨ ਕੋ ਭਾਂਡਾ ਭਾਉ ਤਿਨਾ ਸਵਾਰਸੀ। ਸੂਖੀ ਕਰੈ ਪਸਾਉ ਦੁਖ ਵਿਸਾਰਸੀ। ਜਿਨ ਕੋ ਭਾਂਡਾ ਭਾਉ ਤਿਨਾ ਸਵਾਰਸੀ। ਸੂਖੀ ਕਰੈ ਪਸਾਉ ਦੁਖ ਵਿਸਾਰਸੀ। ਸਹਸਾ ਮੂਲੇ ਨਾਹੀ ਸਰ ਪਰ ਤਾਰਸੀ। ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ। ਚਾਲੇ ਸਤਿਗੁਰ ਭਾਏ ਪਵਹਿ ਨਾ ਭੀਖਿਆ। ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ। ਦਰ ਦਰ ਵਾਣੀ ਨਾਹੀ ਮੂਲੇ ਪੁੱਛੈ ਤਿਸ। ਛੁਟੈ ਤਾਕੈ ਬੋਲ ਸਾਹਿਬ ਨਦਰ ਜਿਸ। ਏ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਇ। ਢਾਹੇ ਉਸਾਰੇ ਸਾਜ ਜਾਣੈ ਸਭ ਸੋਏ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਇ। ਢਾਹੇ ਉਸਾਰੇ ਸਾਜ ਜਾਣੈ ਸਭ ਸੋਏ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਵ ਕਰ ਆਖਾਂ ਕਿਵ ਸਲਾਹੀ। ਕਿਉ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ। ਇਕ ਦੂ ਇਕ ਸਿਆਣਾ। ਜਿਉ ਬੁਲਾਵ ਹੈ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸ਼ਬਦ ਗੁਰੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਦੀਨ ਦਿਆਲ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪਵਿੱਤਰ ਪਾਵਨ ਹਜੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਵਾਸਤੇ ਦੇਸ਼ ਵਿਦੇਸ਼ ਅਤੇ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਮੁੱਖ ਵਾਕ ਦੀ ਵਿਚਾਰ ਆਪ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ, ਅੱਜ ਦੇ ਇਹ ਅੰਮ੍ਰਿਤਮਈ ਗੁਰਵਾਕ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸੂਹੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 729 ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਉਹਨਾਂ ਹਿਰਦੇ ਰੂਪੀ ਭਾਂਡਿਆਂ ਨੂੰ ਸਤਿਗੁਰਾਂ ਨੇ ਸਵਰੇ ਹੋਏ ਦੱਸਿਆ, ਜਿਨ੍ਹਾਂ ਹਿਰਦੇ ਰੂਪੀ ਭਾਂਡਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਤਰੁੱਠ ਕੇ ਆਪਣੇ ਪ੍ਰੇਮ ਦੀ ਜੋ ਪਿਛਿਆ ਹੈ ਉਹ ਪਾ ਦਿੱਤੀ ਹੈ। ਕਿਉਂਕਿ ਧਰਮ ਦੀ ਜਿਤਨੀ ਵੀ ਸਾਧਨਾ ਹੈ ਉਹ ਪ੍ਰੇਮਾ ਭਗਤੀ ਤੇ ਖੜੀ ਹੈ। ਭਾਵਨਾ ਤੋਂ ਬਿਨਾ, ਪ੍ਰੇਮ ਤੋਂ ਬਿਨਾ ਸਾਡੇ ਜਿੰਨੇ ਵੀ ਕਰਮ ਧਰਮ ਨੇ ਉਹ ਨਿਫਲ ਅਤੇ ਅਧੂਰੇ ਨੇ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਗਤ ਗੁਰੂ ਨਾਨਕ ਸਾਹਿਬ ਜੀ ਜਿਹੜੇ ਸਿੱਖ ਧਰਮ ਦੇ ਫਾਊਂਡਰ ਨੇ, ਉਹਨਾਂ ਨੇ ਸਿੱਖ ਧਰਮ ਦੀ ਬੁਨਿਆਦ ਹੀ ਪ੍ਰੇਮ ਤੇ ਰੱਖੀ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਇਸੇ ਪ੍ਰੇਮ ਦੀ ਖਾਤਰ ਕਦੇ ਤੱਤੀ ਤਵੀ ਤੇ ਬੈਠਣਾ ਪਿਆ, ਕਦੇ ਚਾਂਦਨੀ ਚੌਂਕ ਵੇ ਸੀਸ ਕਟਾਉਣੇ ਪਏ, ਕਦੇ ਧਰਮ ਯੁੱਧ ਲੜਨੇ ਪਏ, ਕਦੇ ਸਰਹੰਦ ਦੀ ਦੀਵਾਰ ਆਈ, ਕਦੇ ਜ਼ਕਰੀਆ ਖਾਨ ਦੇ ਆਰੇ, ਕਦੇ ਮੀਰ ਮੰਨੂ ਦੀ ਦਾਤਰੀ, ਕਦੇ ਸਮੇਂ ਦੀਆਂ ਸਰਕਾਰਾਂ ਦੇ ਤੋਪਾਂ ਤੇ ਟੈਂਕ ਚੜ੍ਹ ਕੇ ਆਏ। ਪਰ ਜਿਨ੍ਹਾਂ ਦਾ ਸਤਿਗੁਰੂ ਨਾਲ, ਗੁਰੂ ਘਰ ਨਾਲ ਪ੍ਰੇਮ ਸੀ, ਉਹਨਾਂ ਨੇ ਪ੍ਰੇਮ ਵਿੱਚ ਭਿੱਜ ਕੇ ਕੁਰਬਾਨੀਆਂ ਵੀ ਦਿੱਤੀਆਂ। ਐਸੀ ਉਹ ਖੇਡ ਜਿਹੜੀ ਸੀ ਖੇਡ ਗਏ। ਅੱਜ ਵੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡਦਿਆਂ ਆਪਣੇ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀਤਾ। ਇਸੇ ਤਰ੍ਹਾਂ ਹੀ ਕੁਝ ਕੁ ਮਹੀਨਿਆਂ ਬਾਅਦ ਭਾਈ ਸਤਵੰਤ ਸਿੰਘ ਹੋਣਾ ਨੂੰ ਵੀ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕੀਤਾ ਗਿਆ। ਗੁਰੂ ਪਿਆਰ ਵਿੱਚ ਭਿੱਜ ਕੇ ਅਨੇਕਾਂ ਹੀ ਐਸੇ ਮਰਜੀਵੜੇ ਹੋਏ ਨੇ
ਜਿਨ੍ਹਾਂ ਨੇ ਐਸੀ ਖੇਡ ਖੇਡਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ। ਹੁਣ ਸਤਿਗੁਰੂ ਜੀ ਸ਼ਬਦ ਵਰਤ ਰਹੇ ਨੇ ਭਾਂਡਾ। ਗੁਰਬਾਣੀ ਵਿੱਚ ਭਾਂਡਾ ਸ਼ਬਦ ਵੱਖ-ਵੱਖ ਰੂਪਾਂ ਵਿੱਚ ਆਇਆ ਹੈ। ਇੱਕ ਤਾਂ ਸੱਚਮੁੱਚ ਵਰਤਨ ਵਾਸਤੇ ਵੀ ਆਇਆ, ਜਿਵੇਂ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉੱਥੇ ਭਾਂਡੇ ਦਾ ਅਰਥ ਦਵਾਤ ਹੈ, ਜਾਂ ਇੰਜ ਕਹਿ ਲਈਏ ਵੀ ਬਰਤਨ ਜਿਹਦੇ ਵਿੱਚ ਕੁਝ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਜਿੰਨੇ ਵੀ ਜੀਵ ਨੇ ਉਹ ਸਰੀਰ ਰੂਪੀ ਭਾਂਡੇ ਨੇ, ਇੱਕੋ ਹੀ ਮਿੱਟੀ ਤੋਂ, ਇੱਕੋ ਪਰਮਾਤਮਾ ਰੂਪੀ ਘੁਮਿਆਰ ਨੇ, ਇੱਕੋ ਹੀ ਹੁਕਮ ਰੂਪੀ ਆਵੇ ਵਿੱਚ ਸਾਰੇ ਜੀਵ ਰੂਪੀ ਭਾਂਡਿਆਂ ਨੂੰ ਤਿਆਰ ਕੀਤਾ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁਮਹਾਰੇ। ਸਾਰੇ ਜੀਵ ਰੂਪੀ ਭਾਂਡੇ ਮਾਲਕ ਦੇ ਹੀ ਸਾਜੇ ਹੋਏ ਨੇ, ਪਰ ਨਾਲ ਹੀ ਇਸ਼ਾਰਾ ਵੀ ਕਰ ਦਿੱਤਾ ਕਿ ਜਿਨ੍ਹਾਂ ਵਿੱਚ ਕਿਰਪਾ ਕਰਕੇ ਉਹ ਅੰਮ੍ਰਿਤ ਟਿਕਾ ਦਿੰਦਾ ਹੈ, ਉਹ ਭਾਂਡੇ ਸਵਰੇ ਜਾਂਦੇ ਨੇ, ਸਿਰਮੌਰ ਹੁੰਦੇ ਨੇ, ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਚੜ੍ਹਦੇ ਨੇ। ਪਰ ਜਿਨ੍ਹਾਂ ਦੇ ਸਰੀਰ ਰੂਪੀ ਭਾਂਡਿਆਂ ਵਿੱਚ ਵਿਕਾਰਾਂ ਰੂਪੀ, ਨਸ਼ੇ ਰੂਪੀ, ਈਰਖਾ ਦਵੈਕ ਰੂਪੀ ਜ਼ਹਿਰ ਪੈ ਗਈ ਹੈ, ਉਹ ਭਾਂਡੇ ਵਿਗੜੇ ਹੋਏ ਨੇ। ਆ ਘਰਾਂ ਵਿੱਚ ਵੀ ਜਿਨ੍ਹਾਂ ਭਾਂਡਿਆਂ ਵਿੱਚ ਕੋਈ ਗਲਤ ਵਸਤੂ ਪੈ ਜਾਵੇ ਤੇ ਬੰਦਾ ਉਹਨੂੰ ਕਈ ਵਾਰ ਵੱਖਰਿਆਂ ਕਰ ਦਿੰਦਾ ਹੈ। ਇਸੇ ਤਰ੍ਹਾਂ ਹੈ ਤਾਂ ਸਾਰੇ ਹੀ ਸਰੀਰ ਰੂਪੀ ਭਾਂਡੇ ਉਸ ਮਾਲਕ ਦੇ, ਪਰ ਜਿਨ੍ਹਾਂ ਨੇ ਕਦੇ ਹੰਕਾਰ ਕੀਤਾ ਉਹਨਾਂ ਨੂੰ ਸੁਚੇਤ ਵੀ ਕੀਤਾ ਬਾਣੀ ਵਿੱਚ, ਕਿਆ ਪਰਵਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਚਾਹੇ ਉਹ ਰਾਵਣ ਰੂਪੀ ਭਾਂਡਾ ਸੀ, ਕੰਸ ਰੂਪੀ ਭਾਂਡਾ ਸੀ, ਹਰਨਾਕਸ਼ ਰੂਪੀ ਭਾਂਡਾ ਸੀ, ਅਹਿਮਸ਼ਾ ਬਦਾਲੀ ਰੂਪੀ ਭਾਂਡਾ ਸੀ, ਚਾਹੇ ਮੱਸਾ ਰੰਗੜ ਰੂਪੀ ਭਾਂਡਾ ਸੀ, ਚਾਹੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਵਿੱਚੋਂ ਕੋਈ ਹੋਵੇ। ਜਦੋਂ ਵੀ ਕਿਸੇ ਭਾਂਡੇ ਦੇ ਵਿੱਚ ਜ਼ੁਲਮ ਦੀ ਜਾਂ ਹੰਕਾਰ ਦੀ ਜਾਂ ਈਰਖਾ ਆਦਿਕ ਦੀ ਜ਼ਹਿਰ ਵੇਖੀ ਗਈ ਤੇ ਪਰਮੇਸ਼ਰ ਨੇ ਕੋਈ ਨਾ ਕੋਈ ਵਿਧ ਬਣਾ ਕੇ ਉਹਨਾਂ ਸਰੀਰ ਰੂਪੀ ਭਾਂਡਿਆਂ ਨੂੰ ਭੰਨਿਆ ਹੈ, ਤੋੜਿਆ ਹੈ। ਇਸੇ ਤਰ੍ਹਾਂ ਜੋ ਅੱਜ ਦੇ ਸ਼ਬਦ ਵਿੱਚ ਭਾਂਡੇ ਦਾ ਜ਼ਿਕਰ ਆਇਆ, ਇੱਥੇ ਸਤਿਗੁਰਾਂ ਨੇ ਹਿਰਦੇ ਨੂੰ ਭਾਂਡਾ ਕਿਹਾ ਕਿ ਸਾਡਾ ਜੋ ਹਿਰਦਾ ਰੂਪੀ ਭਾਂਡਾ ਹੈ, ਇਹਦੇ ਵਿੱਚ ਜਿਹੜੀ ਵਸਤੂ ਪਰਮੇਸ਼ਰ ਕਿਰਪਾ ਕਰਕੇ ਪਵਾਉਂਦਾ ਹੈ ਉਹੀ ਫਿਰ ਬਾਹਰ ਪ੍ਰਗਟ ਹੁੰਦੀ ਹੈ। ਭਾਵ ਜਿਨ੍ਹਾਂ ਨੇ ਸਰੀਰ ਰੂਪੀ ਭਾਂਡੇ ਵਿੱਚ ਸ਼ੁਭ ਕਰਮਾਂ ਦਾ ਨਾਮ ਰੂਪੀ ਅੰਮ੍ਰਿਤ ਦਾ ਦੁੱਧ ਪਾਇਆ, ਉਹਨਾਂ ਨੂੰ ਤਤ ਰੂਪੀ ਮੱਖਣ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਸੂਹੀ ਰਾਗ ਦੀ ਸ਼ੁਰੂਆਤ 728 ਅੰਗ ਤੋਂ ਹੁੰਦੀ ਹੈ ਤੇ ਇਹ ਸ਼ਬਦ 729 ਅੰਗ ਤੇ ਹੈ। ਇਸ ਤੋਂ ਜਿਹੜਾ ਅਗਲਾ ਸ਼ਬਦ ਹੈ ਉਹਦੇ ਵਿੱਚ ਵੀ ਭਾਂਡੇ ਦਾ ਜ਼ਿਕਰ ਹੈ, ਤੇ ਜਿੱਥੋਂ ਸੂਹੀ ਰਾਗ ਸ਼ੁਰੂ ਹੁੰਦਾ ਹੈ ਉੱਥੇ ਵੀ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਭਾਂਡੇ ਸ਼ਬਦ ਦੀ ਵਰਤੋਂ ਕੀਤੀ ਹੈ, ਤਾਂ ਕਿ ਸਾਨੂੰ ਸਮਝ ਆ ਸਕੇ ਕਿ ਇਹ ਭਾਂਡੇ ਕਿਵੇਂ ਸਵਰ ਸਕਦੇ ਨੇ। ਆਰੰਭ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ, ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਕਿ ਜਿਵੇਂ ਇੱਕ ਸਵਾਣੀ ਜਦੋਂ ਕਿਸੇ ਭਾਂਡੇ ਵਿੱਚ ਦੁੱਧ ਪਾਉਂਦੀ ਹੈ ਤੇ ਪਹਿਲਾਂ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਮਾਂਜ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਕੇ, ਇੱਥੇ ਜਿਹੜਾ ਸ਼ਬਦ ਧੂਪ ਹੈ ਵੀ ਉਸ ਭਾਂਡੇ ਦੇ ਅੰਦਰ ਕਈ ਤਰ੍ਹਾਂ ਦੀ ਜਿਹੜੀ ਸੁਗੰਧੀ ਹੈ ਉਹਦਾ ਪ੍ਰਵੇਸ਼ ਕਰਾਇਆ ਜਾਂਦਾ ਤਾਂ ਕਿ ਭਾਂਡੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਬਦਬੂ ਜਿਹੜੀ ਹੈ ਉਹ ਨਾ ਆਵੇ। ਜੇ ਭਾਂਡਾ ਪਹਿਲਾਂ ਹੀ ਖਰਾਬ ਹੋਵੇ ਤੇ ਕਈ ਵਾਰ ਉੱਤਮ ਦੁੱਧ ਵੀ ਭਾਂਡੇ ਵਿੱਚ ਪੈਂਦਿਆਂ ਵਿਗੜ ਜਾਂਦਾ ਹੈ। ਜੇ ਸਾਡਾ ਹਿਰਦਾ ਰੂਪੀ ਭਾਂਡਾ ਹੀ ਚੰਗਾ ਨਹੀਂ ਤੇ ਜਿੰਨੇ ਵੀ ਅਸੀਂ ਕਰਮ ਕਰਾਂਗੇ ਉਹ ਥਾਂ ਨਹੀਂ ਪੈਣਗੇ। ਇਸ ਕਰਕੇ ਸਭ ਤੋਂ ਪਹਿਲਾਂ ਹਿਰਦੇ ਰੂਪੀ ਭਾਂਡੇ ਨੂੰ ਧੋਣਾ ਹੈ। ਉਹ ਕਾਹਦੇ ਨਾਲ ਧੋਣਾ ਹੈ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ।
ਪ੍ਰਭ ਕੈ ਸਿਮਰਨ, ਪ੍ਰਭੂ ਦੇ ਸਿਮਰਨ ਵਿੱਚ ਜੁੜ ਕੇ ਅਸੀਂ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨਾ ਹੈ ਤੇ ਫਿਰ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਫਿਰ ਇਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਦਾ ਜਿਹੜਾ ਦੁੱਧ ਹੈ ਉਹ ਪਾਉਣਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੈ ਕੋ ਜਾਵੋ। ਤੇ ਅੱਗੇ ਸਪਸ਼ਟ ਵੀ ਕੀਤਾ ਹੈ ਕਿ ਇੱਥੇ ਦੁੱਧ ਕਿਹੜਾ ਹੈ। ਦੂਧ ਕਰਮ, ਜਿਹੜੇ ਸਾਡੇ ਸ਼ੁਭ ਕਰਮ ਨੇ ਨਾ, ਇਹ ਉਹ ਦੁੱਧ ਹੈ। ਜਿਹੜੇ ਭਗਤ ਨਾਮਦੇਵ ਜੀ ਨੇ ਬੇਨਤੀ ਕੀਤੀ ਸੀ, ਦੂਧ ਪੀਓ ਗੋਬਿੰਦੈ ਰਾਏ, ਭਾਵ ਸ਼ੁਭ ਕਰਮ ਅਸੀਂ ਤੇਰੇ ਅੱਗੇ ਭੇਟ ਕਰ ਰਹੇ ਹਾਂ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਕਿ ਸਾਡਾ ਹਿਰਦਾ ਰਸੋਈ ਹੈ, ਪਾਕਸ਼ਾਲਾ, ਇਹਦੇ ਵਿੱਚ ਸ਼ੁਭ ਕਰਮਾਂ ਦਾ ਅਸੀਂ ਭੋਜਨ ਪਕਾਇਆ ਤੇ ਮਾਲਕ ਜੀ ਆ ਕੇ ਤੁਸੀਂ ਛਕੋ, ਪ੍ਰਵਾਨ ਕਰੋ। ਆ ਸ਼ੁਭ ਕਰਮਾਂ ਦਾ ਦੁੱਧ ਭੇਟ ਕਰ ਰਹੇ ਹਾਂ, ਤੁਸੀਂ ਪੀਓ, ਤੁਸੀਂ ਛਕੋ। ਕਿਉਂਕਿ ਦੂਸਰੇ ਦੁੱਧ ਬਾਰੇ ਤੇ ਕਿਹਾ, ਆਨੀ ਲੈ ਦੂਧ ਰਧਾਈ ਲੈ ਖੀਰੰਗ, ਠਾਕੁਰ ਕੋ ਨਵੈਦ ਕਰੋ। ਪਹਿਲਾਂ ਦੂਧ ਬਟਾਰਿਓ, ਬਸ਼ਰੇ ਬੀਠਲ ਪਹਿਲਾ ਕਾਏ ਕਰੋ। दूध तां बशरै थनो बटारियो, फूल भवर जल मीन बगारियो। माई गोबिंद पूजा कहाँ लै चढ़ावो, अवर न फूल अनूप न पावो। किहड़ा दुध भेट करना है? दूध कर्म, जिहड़े साडे शुभ कर्म ने ना, ये वो दुध है। दूध कर्म फुन सुरत समायण, जदों साडी सुरत निरंकार विच जुड़ेगी, ये उस दुध नूं जाग लाउणी है। भाव जिवें थोड़ी जी जाग दुध नूं दही दा रूप बना के जमा दिंदी है, इसे तरह असीं 8 पैर 24 घंटे 60 घड़ियां अपनी किरत करिए, पर थोड़ा जिहा समा जदों सुरत निरंकार वल जोड़ांगे, ये जिवें थोड़ी जी जाग ला दईदी है ना, ते दुध जम जांदा है। दूध करम फुन सुरत समायण, होए निराश जमावो। दुनिया दी जिन्नी भी आस है इहदे तो उपराम होना, भाव ये दुध नूं दही दे रूप विच जमाउणा है। ते अगे सतगुरां निर्णा दिता है, जपो तां एको नामा अवर निराफल कामा। परमेश्वर दा एक नाम जपिया करो, क्योंकि इहदे तो बिना जिन्ने भी होर काम ने वो निफल ने। हुण दुध दा अलंकार बन के सतगुरु जी परमात्मा दा सिमरन करन दी सानू प्रेरणा करदे ने कि ये मन ईटी हाथ करो, फुन नेत्रो नींद ना आवे। जिवें चाटी विच मधाणी पा के ते ओनू एक नेत्रा पाया हुंदा है, ते नेत्रे दे सिरे ते 2 लकड़ दियां छोटियां छोटियां ईटियां हुंदियां ने, जिन्हां नूं हत्थ विच पकड़ के कदे इस तरह कदे इस तरह इवें रिड़कना पा के ते मथिया जांदा है। हुण जिहड़ा नेत्रा है, साहब कहण लगे ये काहदा पाउणा है? इस मन रूपी ਜਿਹੜੀਆਂ ਈਟੀਆਂ ਨੇ ਇਹਨਾਂ ਨੂੰ ਪਕੜਨਾ ਕਿਵੇਂ ਆ? ਇਹ ਮਨ ਈਟੀ ਹਾਥ ਕਰੋ, ਆਪਣੇ ਮਨ ਨੂੰ ਪਕੜ ਕੇ ਰੱਖੋ, ਮਨ ਨੂੰ ਟਿਕਾ ਕੇ ਰੱਖੋ। ਇਹ ਉਹ ਈਟੀਆਂ ਹੱਥ ਵਿੱਚ ਪਕੜਨੀਆਂ ਨੇ। ਫੁਨ ਨੇਤਰੋ, ਇੱਥੇ ਨੇਤਰੋ ਦਾ ਅਰਥ ਹੈ ਨੇਤਰਾ। ਇਹਨੂੰ ਨੇਤਰੋ ਨਹੀਂ ਪੜਨਾ ਜਿਵੇਂ ਇਹ ਨੇਤਰੋ ਮੇਰਿਓ, ਉੱਥੇ ਨੇਤਰਾਂ ਦਾ ਅਰਥ ਹੈ ਅੱਖਾਂ, पर इत्थे नेत्रो का अर्थ है नेत्रा, जिहड़ा वो रस्सा पाया जाता है, छोटी जी रस्सी जिन्हों आपां हत्थां विच पकड़दे हां। ये मन ईटी हाथ करो, फुन नेत्रो नींद ना आवे। सदा सुचेत रहना, वकारां वाले पासे तो, गाफलता वाली नींद तो, ये वो नेत्रा पा के दुध नूं रिड़कना है। रसना नाम जपो तब मथिया, जिवें हौली हौली मधाणी नाल गेड़ा दिता जांदा है, रसना जिहड़ी है इहदे नाल नाम जपना, सिमरन करना, नितनेम करना, ये ओ मथना है। रसना नाम जपो तब मथिया, इन बिद अमृत पावो। उधर तां मक्खण प्राप्त होना सी, इधर नाम रूपी अमृत, तत रूपी मक्खण हिरदे दे विचों सानू प्राप्त होना है। सतगुरां एक होर उदाहरण दित्ती, कहण लगे जिवें एक पुजारी किसी डब्बे दे विच मूर्ति नूं रखदा है, उहनूं कई तरह के फुल पत्तर भेट करदा है। जे सचमुच मन नूं वो डब्बा बना लईए, इस मन अंदर दे दईए परमात्मा नूं थां, ते भावना दे फुल पत्तर परमात्मा नूं भेट करिए, ते सचमुच जन्मां जन्मांतरां दा विछड़िया जीव परमात्मा नूं मिल सकदा है। मन संपट जित सतसर नहावण,
ਭਾਵਨ ਭਾਤੀ ਤ੍ਰਿਪਤ ਕਰੇ। ਜਦੋਂ ਵੀ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਕਿ ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੇ। ਨਾਮ ਤੋਂ ਬਿਨਾ ਤਾਂ ਕਈ ਲੋਕ ਦਾਵਾ ਕਰਦੇ ਰਹੇ ਤੇ ਕਹਿ ਕਹਿ ਕੇ ਤੁਰ ਗਏ ਸੰਸਾਰ ਤੋਂ, ਪਰ ਸੱਚ ਇਹ ਕਿ ਕਹਿੰਦੇ ਕਹੇ ਕਹਿ ਕਹਿ ਜਾਵੇਂ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਲਾਹੀ ਸੱਚਾ ਸੋਈ। ਇਹ ਸ਼ਬਦ ਆਰੰਭ ਵਿੱਚ ਜਿੱਥੇ ਸੂਹੀ ਰਾਗ ਸ਼ੁਰੂ ਹੁੰਦਾ ਹੈ ਤੇ ਜਿਹੜਾ ਸ਼ਬਦ ਅੱਜ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਆ, ਇਹਦੇ ਤੋਂ ਅਗਲਾ ਸ਼ਬਦ ਹੈ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਜਗਤ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 6 ਨਵੰਬਰ ਨੂੰ ਆ ਰਿਹਾ ਹੈ, ਉਹਨਾਂ ਦਾ ਜਦੋਂ ਅਸੀਂ ਜੀਵਨ ਬਰਤਾਂਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰਕ ਦੌਰਿਆਂ ਸਮੇਂ, ਉਦਾਸੀਆਂ ਸਮੇਂ ਜਿੱਥੇ ਹਿੰਦੂ ਤੀਰਥਾਂ ਵੱਲ ਗਏ ਤੇ ਉੱਥੇ ਵੀ ਮੇਰੇ ਸਤਿਗੁਰੂ ਦੇ ਜਾਣ ਦਾ ਇੱਕੋ ਕਾਰਨ ਸੀ ਕਿ ਫਿਰ ਬਾਬਾ ਆਇਆ ਤੀਰਥੈ, ਤੀਰਥ ਪੁਰਬ ਸਭੈ ਫਿਰ ਦੇਖੇ। ਭਾਉ ਭਗਤ ਬਿਨ ਕਿਤੈ ਨਾ ਲੇਖੈ। ਤੀਰਥਾਂ ਤੇ ਬੈਠੇ ਹੋਏ ਲੋਕਾਂ ਵਿੱਚ ਪ੍ਰੇਮਾ ਭਗਤੀ ਨਜ਼ਰ ਨਹੀਂ ਸੀ ਆ ਰਹੀ, ਕੇਵਲ ਕਰਮ ਕਾਂਡ ਨਜ਼ਰ ਆ ਰਹੇ ਸਨ। ਸਤਿਗੁਰੂ ਭਾਵਨਾ ਪ੍ਰੇਮਾ ਭਗਤੀ ਦ੍ਰਿੜ ਕਰਾਉਣ ਵਾਸਤੇ ਗਏ। ਇਸੇ ਤਰ੍ਹਾਂ ਇਸਲਾਮ ਦੇ ਕੇਂਦਰਾਂ ਵੱਲ ਗਏ, ਜੋਗੀਆਂ ਦੇ ਅਸਥਾਨਾਂ ਵੱਲ, ਚਾਹੇ ਸ਼ਮੇਰ ਪਰਬਤ ਸੀ, ਗੋਰਖਮਤਾ ਸੀ, ਚਾਹੇ ਅਚਲ ਵਟਾਲੇ ਦੀ ਧਰਤੀ ਸੀ। ਸਤਿਗੁਰੂ ਜੀ ਉਹਨਾਂ ਥਾਵਾਂ ਤੇ ਪਹੁੰਚੇ। ਜਦੋਂ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਜਿਹੜਾ ਉਦਾਸੀ ਭੇਖ ਸੀ ਸਤਿਗੁਰਾਂ ਉਤਾਰ ਦਿੱਤਾ, ਕਿਉਂਕਿ ਇਹ ਕੇਵਲ ਸਮੇਂ ਦੀ ਲੋੜ ਸੀ। ਜੇ ਇਸਲਾਮ ਦੇ ਕੇਂਦਰਾਂ ਵੱਲ ਗਏ ਤੇ ਉੱਥੇ ਨੀਲ ਬਸਤਰ ਧਾਰੇ ਬਨਵਾਰੀ, ਜੇ ਜੋਗੀਆਂ ਦੇ ਸਥਾਨਾਂ ਵੱਲ ਗਏ ਤੇ ਉਸ ਤਰ੍ਹਾਂ ਦਾ ਭੇਖ ਧਾਰਨ ਕਰ ਲਿਆ। ਪਰ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਕਲ ਉਤਾਰਾ। ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਇਹਨਾਂ ਦਿਨਾਂ ਦੇ ਵਿੱਚ ਅਚਲ ਵਟਾਲੇ ਦੀ ਧਰਤੀ ਤੇ ਸ਼ਿਵਰਾਤਰੀ ਦਾ ਮੇਲਾ ਸੀ। ਜੋਗੀ ਸਿੱਧ ਇੱਥੇ ਵੀ ਇਕੱਠੇ ਹੁੰਦੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਰ ਇਕੱਠ ਵਿੱਚ ਇਸ ਕਰਕੇ ਪਹੁੰਚਦੇ ਵੀ ਉੱਥੇ ਗੁਰਮਨ ਦੀ ਗੱਲ ਕਹੀ ਜਾਵੇ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ। ਜਿਹੜੇ ਉੱਥੇ ਜੋਗੀ ਸਨ ਭੰਗਰਨਾਥ ਵਰਗੇ, ਉਹਨਾਂ ਨੇ ਹੋਰ ਤਾਂ ਕੋਈ ਗੱਲ ਉਹਨਾਂ ਨੂੰ ਸੁੱਝੀ ਨਾ। ਇੱਕਦਮ ਗੁਰੂ ਨਾਨਕ ਸਾਹਿਬ ਜੀ ਤੇ ਤਰਕ ਕੀਤਾ, ਕਹਿਣ ਲੱਗੇ, ਬਾਬਾ ਤੁਸੀਂ ਜਦੋਂ ਸ਼ਮੇਰ ਪਰਬਤ ਤੇ ਗਏ ਸੀ ਤੇ ਉਦਾਸੀ ਦਾ ਭੇਖ ਧਾਰਨ ਕੀਤਾ ਸੀ, ਅੱਜ ਤੁਸੀਂ ਸੰਸਾਰੀਆਂ ਵਾਲੇ ਕੱਪੜੇ ਪਹਿਨ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇਤੀ ਕਰਾ ਰਹੇ ਹੋ, ਗ੍ਰਿਸ਼ਟੀਆਂ ਵਾਂਗ ਰਹਿ ਰਹੇ ਹੋ। ਇਹ ਤਾਂ ਉਲਟੀ ਰੀਤ ਚੱਲ ਪਈ। ਇਹ ਤਾਂ ਇਸ ਤਰ੍ਹਾਂ ਹੋਇਆ ਜਿਵੇਂ ਕਿਸੇ ਦੁੱਧ ਦੇ ਵਿੱਚ ਕਾਂਜੀ ਪੈ ਜਾਵੇ ਤੇ ਦੁੱਧ ਫੁੱਟ ਜਾਂਦਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੋਂ ਇਸੇ ਮੁਤਾਬਕ ਹੀ ਉੱਤਰ ਦਿੰਦੇ ਨੇ, ਕਹਿੰਦੇ ਨੇ, ਭੰਗਰਨਾਥ, ਜਿਹੜੇ ਬੰਦੇ ਨੂੰ ਚੱਜ ਨਾ ਹੋਵੇ, ਕੁਚੱਜਾ ਹੋਵੇ, ਉਹਨੂੰ ਪਤਾ ਹੀ ਨਾ ਹੋਵੇ ਕਿ ਜਿਹਦੇ ਭਾਂਡੇ ਵਿੱਚ ਦੁੱਧ ਪਾਉਣਾ ਉਹ ਭਾਂਡਾ ਮਲੀਨ ਹੈ, ਉਹ ਤਾਂ ਦੁੱਧ ਪਾਉਂਦਿਆਂ ਹੀ ਦੁੱਧ ਫੁੱਟ ਜਾਂਦਾ। ਕਾਂਜੀ ਪਾਉਣ ਦੀ ਤਾਂ ਲੋੜ ਹੀ ਨਹੀਂ ਪੈਂਦੀ। ਅਸਲ ਵਿੱਚ ਤੁਹਾਨੂੰ ਲੋਕਾਂ ਨੂੰ ਜਿਹੜੇ ਘਰ ਛੱਡ ਕੇ ਪਰਬਤਾਂ ਤੇ ਬੈਠ ਜਾਂਦੇ ਨੇ, ਜੰਗਲਾਂ ਵਿੱਚ ਭਟਕਦੇ ਨੇ, ਇਹ ਕੁਚੱਜਾਪਣ ਹੈ। ਇੰਜ ਕਹਿ ਲਈਏ ਕਿ ਤੁਹਾਡੀ ਮਾਂ ਰੂਪੀ ਬੁੱਧੀ ਨੇ ਤੁਹਾਨੂੰ ਕੋਈ ਚੱਜ ਨਹੀਂ ਦਿੱਤਾ ਵੀ ਘਰਾਂ ਵਿੱਚ ਬੈਠੋ, ਪਰਿਵਾਰਾਂ ਵਿੱਚ ਰਵੋ, ਕਿਰਤ ਕਰੋ, ਹੱਥੋਂ ਦੇ ਕੇ ਭਲਾ ਮਨਾਓ। ਆ ਜਿਹੜਾ ਤੁਹਾਡਾ ਕੁਚੱਜ ਪੁਣਾ ਹੈ ਨਾ ਕਿ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ, ਇਹ ਕੁਚੱਜ ਪੁਣਾ ਹੀ ਤੁਹਾਡੇ ਭਾਂਡੇ ਨੂੰ ਅੰਦਰੋਂ ਮਲੀਨ ਰੱਖਦਾ ਤੇ ਭਾਂਡੇ ਮਲੀਨ ਦੇ ਕਾਰਨ ਦੁੱਧ ਤਾਂ ਪਹਿਲਾਂ ਹੀ ਫੁੱਟ ਗਿਆ ਤੇ ਫਿਰ ਕਾਂਜੀ ਪਾਉਣ ਦੀ ਕੀ ਲੋੜ। ਉਹ ਸਾਰੀ ਵਾਰਤਾਲਾਪ ਭਾਈ ਗੁਰਦਾਸ ਜੀ ਨੇ ਲਿਖੀ ਆ ਪਹਿਲੀ ਵਾਰ ਦੇ ਵਿੱਚ। ਖਾਦੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ, ਆਖੇ ਜੋਗੀ ਭੰਗਰਨਾਥ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨਾ ਆਈ,
ਕਹਿਣ ਲੱਗੇ ਤੁਸੀਂ ਪੈਰ ਸੰਸਾਰੀ ਕੱਪੜੇ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਇਹ ਤੁਸੀਂ ਇਸ ਤਰ੍ਹਾਂ ਸੰਸਾਰੀ ਕੱਪੜੇ ਪਹਿਨ ਲਏ ਨੇ ਤੇ ਉਲਟੀ ਰੀਤ ਚਲਾ ਦਿੱਤੀ ਹੈ, ਇਹ ਤਾਂ ਹੁਣ ਦੁੱਧ ਵਿੱਚ ਕਾਂਜੀ ਪੈ ਗਈ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨਾਨਕ ਆਖੈ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਈ। ਬਾਬਾ ਨਾਨਕ ਜੀ ਕਹਿਣ ਲੱਗੇ ਭੰਗਰ ਨਾਥ, ਜਿਵੇਂ ਕਿਸੇ ਨੂੰ ਰਸੋਈ ਘਰ ਦਾ ਕੰਮ ਨਾ ਕਰਨਾ ਆਉਂਦਾ ਹੋਵੇ ਤੇ ਲੋਕ ਇੱਕਦਮ ਮਾਂ ਨੂੰ ਤਾਨਾ ਦਿੰਦੇ ਨੇ ਵੀ ਤੈਨੂੰ ਤੇਰੀ ਮਾਤਾ ਨੇ ਰਸੋਈ ਘਰ ਦਾ ਕੰਮ ਕਰਨ ਦਾ ਚੱਜ ਨਹੀਂ ਸਿਖਾਇਆ। ਇਸੇ ਤਰ੍ਹਾਂ ਭੰਗਰ ਨਾਥ ਜਿਹੜੀ ਚੰਗੀ ਮੱਤ ਹੈ ਇਹ ਇੱਕ ਮਾਂ ਦੇ ਬਰਾਬਰ ਹੈ ਤੇ ਤੇਰੀ ਮਾਂ ਰੂਪੀ ਮੱਤ ਕੁਚੱਜੀ ਹੈ, ਉਹਨੇ ਤੈਨੂੰ ਚੱਜ ਹੀ ਨਹੀਂ ਦਿੱਤਾ ਵੀ ਭਾਂਡਾ ਕਿਵੇਂ ਧੋਣਾ ਸੀ। ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਈ। ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਨਹੂ ਕੇ ਕਰ ਮੰਗਣ ਜਾਈ। ਸਾਹਿਬ ਕਹਿਣ ਲੱਗੇ ਕਿੰਨੀ ਅਨਹੋਣੀ ਗੱਲ ਕਿ ਜਿਨ੍ਹਾਂ ਗ੍ਰਿਸ਼ਤੀਆਂ ਨੂੰ ਤੁਸੀਂ ਦੁੱਖਾਂ ਦਾ ਘਰ ਦੱਸਦੇ ਹੋ, ਅਤੀਤ ਬਣ ਕੇ ਤਿਆਗੀ ਬਣ ਕੇ ਫਿਰ ਉਹਨਾਂ ਦੇ ਘਰ ਜਾ ਕੇ ਭਿੱਖਿਆ ਮੰਗਦੇ ਹੋ ਤੇ ਫਿਰ ਇਹ ਕਹਿੰਦੇ ਹੋ ਕਿ ਦਿੰਦੇ ਨਰਕ ਲੈਂਦੇ ਸੁਰਗ, ਵੇਖੋ ਇਹ ਧਿੰਗਾਣਾ। ਏਡਾ ਵੱਡਾ ਧੱਕਾ ਵੀ ਜਿਹੜੇ ਗ੍ਰਿਸ਼ਤੀ ਤੁਹਾਨੂੰ ਦਾਨ ਦਿੰਦੇ ਨੇ ਉਹਨਾਂ ਨੂੰ ਤੇ ਤੁਸੀਂ ਕਹਿੰਦੇ ਹੋ ਇਹ ਨਰਕਾਂ ਨੂੰ ਜਾਣਗੇ, ਤੇ ਭਲਾ ਇਹ ਦੱਸੋ ਵੀ ਤੁਸੀਂ ਤਿਆਗੀ ਲੋਕ ਉਹਨਾਂ ਤੋਂ ਦਾਨ ਲੈਣ ਵਾਲੇ ਤੁਸੀਂ ਸਵਰਗਾਂ ਦੀ ਟਿਕਟ ਕਿੱਥੋਂ ਕਟਾਓਗੇ। ਕਿਉਂਕਿ ਵਿਣ ਦਿੱਤੇ ਕਿਛ ਹੱਥ ਨਾ ਆਈ। ਇਸ ਕਰਕੇ ਅਸਲ ਵਿੱਚ ਹਿਰਦਾ ਰੂਪੀ ਭਾਂਡਾ ਉਹੀਓ ਚੰਗਾ ਹੈ ਜਿਸ ਹਿਰਦੇ ਰੂਪੀ ਭਾਂਡੇ ਦੇ ਵਿੱਚ ਮਾਲਕ ਨੇ ਪ੍ਰੇਮ ਦੀ ਭਿੱਖਿਆ ਪਾ ਦਿੱਤੀ ਹੈ। ਆਓ ਪਿਆਰ ਸਹਿਤ ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਜਿਨ ਕੋ ਭਾਂਡਾ ਭਾਉ ਤਿਨਾ ਸਵਾਰਸੀ। ਸੂਹੀ ਮਹੱਲਾ ਪਹਿਲਾ ਭਾਵ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸੂਹੀ ਰਾਗ ਵਿੱਚ ਸ਼ਿਸ਼ੋਭਤ ਹੈ। ਜਿਨ ਕੋ ਭਾਂਡਾ ਭਾਉ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਭਾਉ ਦਾ ਅਰਥ ਹੁੰਦਾ ਹੈ ਪ੍ਰੇਮ ਦੀ ਭਿੱਖਿਆ ਪਾ ਦਿੱਤੀ ਹੈ। ਤਿੰਨਾ ਸਵਾਰਸੀ, ਉਹਨਾਂ ਨੂੰ ਪਰਮਾਤਮਾ ਫਿਰ ਸਵਾਰਦਾ ਹੈ। ਭਾਂਡੇ ਸਾਰੇ ਪਰਮਾਤਮਾ ਦੇ ਨੇ ਪਰ ਹਰ ਇੱਕ ਨੂੰ ਸਵਾਰਿਆ ਨਹੀਂ, ਸਵਾਰਿਆ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਗੁਰੂ ਨਾਲ ਜੋੜ ਦਿੱਤਾ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦਾ ਟਿਕਾ ਕਰ ਦਿੱਤਾ। ਵੇਖੋ ਕਈ ਵਾਰ ਆਪਾਂ ਕਹਿੰਦੇ ਵੀ ਜੇ ਸਾਰੇ ਜੀ ਪਰਮਾਤਮਾ ਦੇ ਨੇ ਤੇ ਫਰਕ ਕੀ। ਸਾਹਿਬ ਕਹਿੰਦੇ ਇੱਕ ਵਿਗੜੇ ਹੋਏ ਇੱਕ ਸਵਰੇ ਹੋਏ ਫਰਕ ਬੜਾ। ਆ ਬੰਦਾ ਸੰਸਾਰ ਵਿੱਚ ਵਿਗੜ ਜਾਵੇ ਤੇ ਆਪਾਂ ਕਹਿੰਦੇ ਇਹਨੂੰ ਪਾਗਲਖਾਨੇ ਜਮਾ ਕਰਾਓ, ਵੱਡੇ ਵੱਡੇ ਸੰਗਲ ਮਾਰੋ ਇਹਨੂੰ। ਸੱਚਮੁੱਚ ਵਿਗੜਿਆ ਹੋਇਆ ਸਾਡਾ ਅੰਦਰ ਪਰਮਾਤਮਾ ਦੇ ਦਰ ਤੇ ਵੀ ਪ੍ਰਵਾਨ ਨਹੀਂ ਹੁੰਦਾ। ਇਸੇ ਕਰਕੇ ਗੁਰੂ ਵਾਲੇ ਬਣਨਾ ਕਿ ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ। ਤੇ ਅਕਾਲ ਪੁਰਖ ਵਾਹਿਗੁਰੂ ਤੇ ਸਦਾ ਉਡੀਕਦਾ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਕਰਕੇ ਜਿਨ੍ਹਾਂ ਦੇ ਰੂਪੀ ਭਾਂਡੇ ਵਿੱਚ ਆਓ ਪ੍ਰੇਮ ਪਾ ਦਿੱਤਾ ਹੈ। ਦੋ ਸ਼ਬਦ ਨੇ, ਇੱਕ ਭਉ ਤੇ ਇੱਕ ਭਾਉ। ਭਉ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਪ੍ਰੇਮ, ਭਾਵਨਾ, ਸ਼ਰਧਾ, ਲਗਾਓ, ਲਗਨ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਹੈ ਉਹਨਾਂ ਨੂੰ ਸਵਾਰਿਆ ਮੇਰੇ ਮਾਲਕ ਨੇ। ਜਦੋਂ ਜਪਜੀ ਸਾਹਿਬ ਦਾ ਆਪਾਂ ਪਾਠ ਪੜ੍ਹਦੇ ਹਾਂ ਤੇ ਆਰੰਭ ਵਿੱਚ ਸਤਿਗੁਰਾਂ ਕਿਹਾ ਸੀ ਜਪ, ਤੇ ਅਖੀਰਲੇ ਬਚਨ ਨੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਪਰ ਇਸ ਤੋਂ ਪਹਿਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਤਿਗੁਰਾਂ ਨੇ ਸਾਰੇ ਜਪਜੀ ਸਾਹਿਬ ਦਾ ਸਾਰ ਭਾਵ ਦੱਸ ਦਿੱਤਾ ਹੈ ਕਿ ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਪ ਤੋਂ ਸ਼ੁਰੂ ਤੇ ਨਦਰੀ ਨਦਰ ਨਿਹਾਲ ਇਹ ਫਲ ਮਿਲਿਆ ਕਿਹਨਾਂ ਨੂੰ? ਜਿਨ੍ਹਾਂ ਨੇ ਸੱਚਮੁੱਚ
ਆਪਣੇ ਜੀਵਨ ਦੇ ਉੱਚੇ ਕਰੈਕਟਰ ਨੂੰ, ਉੱਚੇ ਜੱਤ ਨੂੰ ਪਹਾਰਾ ਦੁਕਾਨ ਬਣਾ ਲਿਆ ਹੈ। ਆਪਣੇ ਮਨ ਨੂੰ ਸੁਨਿਆਰੇ ਦੀ ਤਰ੍ਹਾਂ ਇਸ ਦੁਕਾਨ ਵਿੱਚ ਬਿਠਾ ਲਿਆ ਹੈ। ਜੱਤ ਪਹਾਰਾ ਧੀਰਜ ਸੁਨਿਆਰ, ਜਿਨ੍ਹਾਂ ਨੇ ਧੀਰਜ ਮਨ ਨੂੰ ਦਿੱਤਾ ਹੈ, ਟਿਕਾ ਮਨ ਨੂੰ ਦਿੱਤਾ ਹੈ, ਇਹ ਧੀਰਜ ਸੁਨਿਆਰ ਬਣ ਗਿਆ। ਤੇ ਫਿਰ ਉਹਨਾਂ ਦੇ ਹਿਰਦੇ ਵਿੱਚ ਜਦੋਂ ਭਾਵਨਾ ਵੇਖੀ ਗਈ, ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ, ਜਿਨ੍ਹਾਂ ਨੇ ਆਪਣੀ ਮਤ ਨੂੰ ਇੱਕ ਐਰਨ ਦੀ ਤਰ੍ਹਾਂ, ਜਿਹੜਾ ਜ਼ਮੀਨ ਵਿੱਚ ਲੋਹਾ ਗੱਡਿਆ ਹੁੰਦਾ ਹੈ ਨਾ, ਕਿਉਂਕਿ ਦੋ ਸ਼ਬਦ ਨੇ ਐਰਨ, ਇੱਕ ਭੱਠੀ ਵਾਸਤੇ ਤੇ ਇੱਕ ਲੋਹੇ ਦੇ ਟੁਕੜੇ ਵਾਸਤੇ। ਜਿਵੇਂ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਕਾਇਆ ਆਰਨ ਮਨ ਵਿੱਚ ਲੋਹਾ, ਉੱਥੇ ਆਰਨ ਦਾ ਅਰਥ ਹੈ ਭੱਠੀ, ਇੱਥੇ ਆਰਨ ਦਾ ਅਰਥ ਹੈ ਉਹ ਲੋਹੇ ਦਾ ਟੁਕੜਾ ਜਿਹੜਾ ਜ਼ਮੀਨ ਵਿੱਚ ਗੱਡਿਆ ਹੁੰਦਾ ਹੈ ਤੇ ਉਹਦੇ ਉੱਪਰ ਫਿਰ ਲੋਹਾ ਰੱਖ ਕੇ ਵਦਾਨ ਦੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ। ਐਰਨ ਮਤ ਵੇਦ ਹਥਿਆਰ, ਗਿਆਨ ਦੇ ਹਥੋੜੇ ਦੀਆਂ ਸੱਟਾਂ ਮਾਰਨੀਆਂ ਨੇ। ਭਉ ਖਲਾ, ਪਰਮਾਤਮਾ ਦਾ ਡਰ, ਉਹ ਧੌਂਕਣੀ ਹੈ। ਅਗਨ ਤਪਤਾਓ, ਸਾਡੀ ਜਪ ਤਪ ਵਾਲੀ ਘਾਲਣਾ, ਇਹ ਅੱਗ ਹੈ। ਤੇ ਕਹਿੰਦੇ ਜਦੋਂ ਭਾਂਡਾ ਭਾਓ, ਸਾਡੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਪ੍ਰੇਮ ਹੋਵੇਗਾ ਨਾ, ਅੰਮ੍ਰਿਤ ਤਿਤ ਢਾਲ, ਫਿਰ ਉੱਥੇ ਪ੍ਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ, ਜਿਵੇਂ ਅੱਗ ਦੇ ਵਿੱਚ ਲੋਹਾ ਢਲਦਾ ਹੈ ਨਾ, ਉਹਨੂੰ ਗਾਲਿਆ ਜਾਂਦਾ ਹੈ, ਢਾਲਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਨ ਕੋ ਭਾਂਡਾ ਭਾਓ ਤਿਨਾ ਸਵਾਰਸੀ, ਉਹਨਾਂ ਨੂੰ ਮੇਰਾ ਪ੍ਰਮਾਤਮਾ ਸਵਾਰਦਾ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਪ੍ਰੇਮ ਟਿਕਾ ਦਿੰਦਾ, ਪ੍ਰੇਮ ਦੀ ਭਿੱਖਿਆ ਪਾ ਦਿੰਦਾ। ਸੁਖੀ ਕਰੈ ਪਸਾਓ, ਦੁਖ ਵਿਸਾਰਸੀ, ਉਹਨਾਂ ਤੇ ਫਿਰ ਸੁੱਖਾਂ ਦੀ ਕਿਰਪਾ ਕਰਦਾ। ਪਸਾਓ ਦਾ ਅਰਥ ਹੈ ਕਿਰਪਾ, ਪ੍ਰਸਾਦ। ਦੋ ਸ਼ਬਦ ਨੇ, ਇੱਕ ਸੱਸੇ ਦੇ ਪੈਰ ਵਿੱਚ ਬਿੰਦੀ, ਜਿਵੇਂ ਆਪਾਂ ਕੜਾਹ ਪ੍ਰਸ਼ਾਦ, ਪਰ ਇੱਕ ਬਿੰਦੀ ਤੋਂ ਰਹਿਤ ਹੈ। ਗੁਰ ਪ੍ਰਸਾਦ, ਕਰ ਪ੍ਰਸਾਦ ਗੁਰਦੇਵ। ਇਸੇ ਤਰ੍ਹਾਂ ਸੂਖੀ ਕਰੈ ਪਸਾਓ, ਪਸਾਓ ਸ਼ਬਦ ਵੀ ਇੱਕ ਤਾਂ ਪਸਾਰੇ ਵਾਸਤੇ ਆਉਂਦਾ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਪਰ ਇੱਥੇ ਪਸਾਓ ਦਾ ਅਰਥ ਹੈ ਪ੍ਰਸਾਦ, ਕਿਰਪਾ। ਸੂਖੀ ਕਰੈ ਪਸਾਓ, ਉਹਨਾਂ ਤੇ ਸੁੱਖਾਂ ਦੀ ਕਿਰਪਾ, ਸੁੱਖਾਂ ਦਾ ਪ੍ਰਸਾਦ ਕਰ ਦਿੰਦਾ ਹੈ। ਦੁੱਖ ਵਿਸਾਰਸੀ, ਉਹਨਾਂ ਦੇ ਜੀਵਨ ਵਿੱਚੋਂ, ਉਹਨਾਂ ਦੇ ਹਿਰਦੇ ਵਿੱਚੋਂ ਦੁੱਖ ਵਿਸਾਰ ਦਿੰਦਾ, ਭਾਵ ਦੂਰ ਕਰ ਦਿੰਦਾ। ਸਹਸਾ ਮੂਲੇ ਨਾਹੀ ਸਰ ਪਰ ਤਾਰਸੀ, ਉਹਨਾਂ ਦੇ ਪ੍ਰਤੀ ਮੂਲ ਰੂਪ ਦੇ ਵਿੱਚ ਕੋਈ ਸ਼ੱਕ ਨਹੀਂ ਰੱਖਣਾ ਚਾਹੀਦਾ। ਸਰਪਰ ਨਿਸ਼ਚੈ, ਇਹ ਗੱਲ ਪਰਫੈਕਟ ਹੈ ਕਿ ਉਹਨਾਂ ਨੂੰ ਪ੍ਰਮਾਤਮਾ ਭਵ ਸਾਗਰ ਤੋਂ ਪਾਰ ਕਰ ਦਿੰਦਾ। ਸਹਸਾ ਮੂਲੇ ਨਾਹੇ ਸਰਪਰ ਤਾਰਸੀ, ਸਰਪਰ ਦਾ ਅਰਥ ਹੈ ਕਿ ਬਿਲਕੁਲ ਪੱਕੀ ਗੱਲ ਹੈ। ਜਿਵੇਂ ਦਿਨ ਤੇ ਸਰਪਰ ਪੌਸੀ ਰਾਤ, ਇਹ ਪੱਕੀ ਗੱਲ ਹੈ ਨਾ ਵੀ ਦਿਨ ਤੋਂ ਬਾਅਦ ਰਾਤ ਪੈਂਦੀ ਹੈ। ਜਿਵੇਂ ਇੱਕ ਕਬਰ ਆਵਾਜ਼ ਮਾਰਦੀ ਹੈ ਕਿ ਸਰਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ, ਇੱਥੇ ਸਰਪਰ ਦਾ ਅਰਥ ਹੈ ਕਿ ਇਹ ਪੱਕਾ ਹੀ ਹੈ ਕਿ ਜਿਹੜੇ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਪ੍ਰਭੂ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਲੈਂਦਾ ਹੈ। ਭਾਵ ਫਿਰ ਉਹ ਭਵ ਸਾਗਰ ਵਿੱਚ ਗੋਤੇ ਨਹੀਂ ਖਾਂਦੇ। ਤਿਨਾ ਮਿਲਿਆ ਗੁਰ ਆਏ, ਜਿਨ ਕੋ ਲਿਖਿਆ, ਉਹਨਾਂ ਨੂੰ ਇਸ ਜਨਮ ਦੇ ਵਿੱਚ ਗੁਰੂ ਆ ਕੇ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਧੁਰ ਤੋਂ ਜਿਹੜੇ ਲੇਖ ਲਿਖੇ ਨੇ ਉਹ ਸਤ ਸੰਗ ਕਰਦਿਆਂ ਪ੍ਰਗਟ ਹੋ ਜਾਂਦੇ। ਭਾਵ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਧੁਰੇ ਪਿਆ ਸੰਜੋਗ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਸਭਨਾ ਲਿਖਿਆ ਵੁੜੀ ਕਲਾਮ। ਪਰਮਾਤਮਾ ਨੇ ਹਰ ਇੱਕ ਦੇ ਲੇਖ ਲਿਖੇ ਨੇ, ਬੀਜ ਮਾਤਰ। ਪਰ ਜੇ ਸਾਨੂੰ ਸਤ ਸੰਗ ਰੂਪੀ ਧਰਤੀ ਮਿਲ ਜਾਵੇ ਤੇ ਉਹ ਬੀਜ ਮਾਤਰ ਲੇਖ ਫਲ ਤੱਕ ਪਹੁੰਚ ਜਾਂਦੇ ਨੇ, ਗੁਰੂ ਮਿਲ ਜਾਂਦਾ ਹੈ। ਤੇ ਜੇ ਕਿਤੇ ਧਰਤੀ ਮਿਲ ਗਈ ਨਸ਼ਿਆਂ ਵਾਲੀ, ਵਕਾਰਾਂ ਵਾਲੀ, ਜੂਆ ਖੇਡਣ ਵਾਲੀ, ਨਿੰਦਾ ਕਰਨ ਵਾਲੀ, ਤੇ ਜਿੰਨਾ ਮਰਜੀ ਉੱਤਮ ਬੀਜ ਹੋਵੇ, ਜਦੋਂ ਧਰਤੀ ਕਲਰ ਹੈ, ਧਰਤੀ ਮਾਰੂ ਹੈ, ਤੇ ਉੱਥੇ ਬੀਜ ਬੀਜ ਕੇ ਆਪਾਂ ਲਾਹਾ ਕਿੱਥੋਂ ਪ੍ਰਾਪਤ ਕਰਾਂਗੇ? ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਕਾਲਰ ਮੈਂ ਬੀਜ ਬੋਏ, ਨਿਪਜੈ ਨਾ ਧਾਨ ਪਾਨ,
ਮੂਲ ਖੋਵੈ ਪੁੰਨ ਰਾਜ ਡਨ ਲੱਗ ਗਈ ਭਾਈ ਗੁਰਦਾਸ ਜੀ। ਇਸ ਕਰਕੇ ਜਿੱਥੇ ਨਾਮ ਜਪਣਾ ਹੈ ਉੱਥੇ ਧਰਤੀ ਵੀ ਸਤ ਸੰਗ ਗੁਰੂ ਵਾਲੀ ਚਾਹੀਦੀ ਹੈ। ਤੇ ਜੇ ਬੰਦਾ ਨਾਮ ਜਪੀ ਜਾਵੇ ਤੇ ਧਰਤੀ ਹੋਵੇ ਕਲਰਾਠੀ ਧਰਤੀ ਹੋਵੇ, ਸੱਚਮੁੱਚ ਬੇਮੁਖਤਾਈ ਵਾਲੀ ਧਰਤੀ ਹੋਵੇ, ਵਿਕਾਰਾਂ ਵਾਲੀ, ਨਸ਼ਿਆਂ ਵਾਲੀ, ਤੇ ਸਾਹਿਬ ਕਹਿੰਦੇ ਫਿਰ ਬੀਜ ਗਲ ਸੜ ਜਾਂਦਾ ਹੈ। ਜਿਨ੍ਹਾਂ ਦੇ ਆ ਲੇਖ ਉਗੜ ਆਏ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋਂ ਭੇਟਿਓ ਪੁਰਖ ਰਸਕ ਬੈਰਾਗੀ। ਬੀਜ ਹਰ ਇੱਕ ਦੇ ਅੰਦਰ ਹੈ, ਪਰ ਅੰਕੁਰ ਤਾਂ ਫੁੱਟੇਗਾ ਜੇ ਸਤ ਸੰਗ ਨਾਲ ਸਾਡਾ ਸੰਜੋਗ ਹੋਵੇਗਾ। ਧਰਤੀ ਹੈ ਸਤ ਸੰਗ। ਇੱਥੇ ਆਣ ਕੇ ਜਦੋਂ ਇਸ ਬੀਜ ਦਾ ਸੰਬੰਧ ਜੁੜਦਾ ਹੈ ਤੇ ਫਿਰ ਫਲ ਤੱਕ ਫੁੱਲ ਤੱਕ ਆਪਾਂ ਪਹੁੰਚਦੇ ਹਾਂ। ਸਾਹਿਬ ਕਹਿੰਦੇ ਜਦੋਂ ਭਾਗ ਉਗੜ ਆਏ, ਲਿਖੇ ਹੋਏ ਲੇਖ ਪ੍ਰਗਟ ਹੋ ਗਏ, ਤੇ ਫਿਰ ਸੱਚਮੁੱਚ ਉਹਨਾਂ ਨੂੰ ਗੁਰੂ ਇਸ ਜੀਵਨ ਵਿੱਚ ਮਿਲ ਜਾਂਦਾ ਹੈ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ। ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਜੋ ਆਤਮਿਕ ਜੀਵਨ ਦੇਣ ਵਾਲਾ ਜਲ ਹੈ, ਗੁਰੂ ਦੀਖਿਆ ਰੂਪ ਦੇ ਵਿੱਚ, ਸਿੱਖਿਆ ਰੂਪ ਦੇ ਵਿੱਚ ਇਹ ਦਾਤ ਦਿੰਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕੀ ਸੀਖ ਸੁਨਤ ਪਰਮ ਪਦ ਪਾਵੇ। ਤੈਸੇ ਤਨ ਮਨ ਧਨ ਅਰਪ ਸ਼ਰਨ ਗੁਰ, ਦੀਖਿਆ ਦਾਨ ਲੈ ਅਮਰ ਅਮਰ ਸਦ ਸਦ ਜੀਜੀਐ। ਗੁਰੂ ਦੇ ਕੋਲੋਂ ਦੀਖਿਆ ਤੇ ਗੁਰੂ ਕੋਲੋਂ ਸਿੱਖਿਆ ਲੈ ਕੇ, ਦੋ ਸ਼ਬਦ ਨੇ, ਇੱਕ ਸਿੱਖਿਆ ਤੇ ਇੱਕ ਦਿਖਿਆ। ਦੀਖਿਆ ਹੈ ਜਿਵੇਂ ਆਪਾਂ ਅੰਮ੍ਰਿਤ ਛਕਦੇ ਹਾਂ, ਤੇ ਸਿੱਖਿਆ ਹੈ ਬਾਣੀ। ਕਈ ਕਹਿੰਦੇ ਨੇ ਜੇ ਆਪਾਂ ਸਿੱਧਾ ਹੀ ਬਾਣੀ ਨਾਲ ਜੁੜ ਜਾਈਏ, ਨਹੀਂ, ਸਿੱਖਿਆ ਤੋਂ ਪਹਿਲਾਂ ਦੀਖਿਆ, ਭਾਵ ਜਿਵੇਂ ਦਾਖਲਾ ਤੇ ਫਿਰ ਪੜ੍ਹਾਈ, ਇਸੇ ਤਰ੍ਹਾਂ ਦੀਖਿਆ ਤੇ ਸਿੱਖਿਆ ਦੋ ਸ਼ਬਦ ਨੇ। ਗੁਰੂ ਕਿਰਪਾ ਕਰਕੇ ਉਹਨਾਂ ਨੂੰ ਦੀਖਿਆ ਵੀ ਦਿੰਦਾ, ਭਾਵੇਂ 9ਵੇਂ ਪਾਤਸ਼ਾਹ ਤੱਕ ਚਰਨ ਪੌਲ ਦੇ ਰੂਪ ਵਿੱਚ ਦਿੱਤੀ, ਤੇ 10ਵੇਂ ਪਾਤਸ਼ਾਹ ਤੇ ਅੱਜ ਤੱਕ 5 ਪਿਆਰੇ ਸਾਨੂੰ ਖੰਡੇ ਬਾਟੇ ਦੀ ਪੌਲ, ਇਹ ਦੀਖਿਆ ਦੇ ਕੇ ਫਿਰ ਗੁਰਬਾਣੀ ਰੂਪੀ ਸਿੱਖਿਆ ਨਾਲ ਜੋੜਦੇ ਨੇ। ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਦੀਕਸ਼ਿਤ ਕਰ ਦਿੰਦੇ ਹਨ। ਚੱਲ ਹੈ ਸਤਿਗੁਰ ਭਾਏ ਭਵੈ ਨਾ ਭੀਖਿਆ। ਜਿਹੜੇ ਸਤਿਗੁਰੂ ਦੇ ਹੁਕਮ ਵਿੱਚ ਪ੍ਰੇਮ ਵਿੱਚ ਤੁਰਦੇ ਨੇ, ਉਹ ਫਿਰ ਭਿਖਿਆ ਦੇ ਕਾਰਨ ਬਾਰ-ਬਾਰ ਭਟਕਦੇ ਨਹੀਂ, ਕਿਉਂਕਿ ਮੰਨੈ ਨਾਨਕ ਭਵੈ ਨਾ ਭਿਖ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਜੋਗੀ ਹੋਵਾਂ ਜਗ ਭਵਾਂ, ਘਰ ਘਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ। ਇਹ ਭਾਈ ਆਪਾਂ ਜੋਗੀ ਬਣ ਕੇ ਘਰ ਘਰ ਜਾ ਕੇ ਭਿਖਿਆ ਮੰਗੀਏ, ਤੇ ਦਰਗਾਹ ਵਿੱਚ ਜਦੋਂ ਲੇਖਾ ਮੰਗਿਆ ਜਾਣਾ, ਕਿਹਦਾ ਕਿਹਦਾ ਹਿਸਾਬ ਦੇਵਾਂਗੇ, ਕਿਹਦਾ ਕਿਹਦਾ ਉੱਤਰ ਦੇਵਾਂਗੇ। ਆ ਜਿਨ੍ਹਾਂ ਨੂੰ ਆਪਾਂ ਤਿਆਗੀ ਕਹਿੰਦੇ ਆ ਨਾ, ਸਾਹਿਬ ਕਹਿੰਦੇ ਤੇ ਬੜੇ ਵੱਡੇ ਬੰਧਨਾਂ ਵਿੱਚ ਫਸ ਗਏ, ਕਿਹਦਾ ਕਿਹਦਾ ਲੇਖਾ ਦੇਣਗੇ, ਘਰ ਘਰ ਜਾ ਕੇ ਭਿਖਿਆ ਮੰਗਦੇ। ਇਸ ਕਰਕੇ ਉਹ ਫਿਰ ਭਿਖਿਆ ਲਈ ਭਟਕਦੇ ਨਹੀਂ। ਮੰਨੈ ਨਾਨਕ ਭਵੈ ਨਾ ਭਿਖ। ਉਹਨਾਂ ਨੂੰ ਇਸ ਤਰ੍ਹਾਂ ਭਿਖਿਆ ਮੰਗਣ ਦੀ ਜਾਂ ਭਟਕਣ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਜੀਵਨ ਵਿੱਚ ਟਿਕਾ ਆ ਜਾਂਦਾ ਹੈ। ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ। ਜਿਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਮਹੱਲਾਂ ਵਿੱਚ ਹਜ਼ੂਰੀ ਵਿੱਚ ਥਾਂ ਮਿਲ ਜਾਂਦੀ ਹੈ, ਉਹਨਾਂ ਨੂੰ ਫਿਰ ਕਿਸੇ ਹੋਰ ਦੀ ਮੁਹਤਾਜੀ ਕਰਨ ਦੀ, ਨਿਵਣ ਦੀ ਕੀ ਲੋੜ ਹੈ, ਕਿਉਂਕਿ 3 ਚੂਕੀ ਮੁਹਤਾਜੀ ਲੋਕਨ ਕੀ। ਗੁਰੂ ਅਰਜਨ ਦੇਵ ਜੀ ਨੇ ਗੱਜ ਵੱਜ ਕੇ ਕਿਹਾ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਗੱਲ ਹੀ ਨਿਬੇੜ ਦਿੱਤੀ, ਕਹਿਣ ਲੱਗੇ ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਜਦੋਂ ਤੂੰ ਹੀ ਬਖਸ਼ ਦੇਣਾ ਤੇ ਫਿਰ ਕਿਸੇ ਹੋਰ ਨੇ ਲੇਖਾ ਕਿਸੇ ਪੁੱਛਣਾ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਭਗਤ ਰਵਿਦਾਸ ਜੀ ਦੇ ਬਚਨ ਕਿ ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਉਹ ਕਿਸੇ ਹੋਰ ਦੇ ਅੱਗੇ ਮੁਹਤਾਜੀ ਨਹੀਂ ਕਰਦੇ, ਨਹੀਂ ਨਿਵਦੇ। ਦਰ ਦਰ ਵਾਣੀ ਨਾਹੀ ਮੂਲੇ ਪੁੱਛੈ ਤਿਸ। ਉਹਨਾਂ ਨੂੰ ਪ੍ਰਭੂ ਦੇ ਦਰ ਤੇ ਜਿਹੜਾ ਦਰਬਾਨ ਹੈ ਨਾ, ਧਰਮਰਾਜ, ਮੂਲ ਰੂਪ ਵਿੱਚ ਉਹਨਾਂ ਤੋਂ ਕੋਈ ਪੁੱਛ-ਗਿੱਛ ਨਹੀਂ ਕਰਦਾ, ਕਿਉਂਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ।
ਕਹਿੰਦੇ ਫਿਰ ਉਹ ਵੀ ਮੂਲ ਰੂਪ ਦੇ ਵਿੱਚ ਪੁੱਛ ਨਹੀਂ ਕਰਦਾ। ਛੁਟੈ ਤਾ ਕੈ ਬੋਲ ਸਾਹਿਬ ਨਦਰ ਜਿਸ। ਜਿਨ੍ਹਾਂ ਤੇ ਮਾਲਕ ਦੀ ਨਦਰ ਹੋ ਜਾਂਦੀ ਹੈ ਨਾ, ਉਹ ਗੁਰੂ ਦੇ ਬਚਨਾਂ ਰਾਹੀਂ, ਗੁਰੂ ਦੇ ਬੋਲਾਂ ਰਾਹੀਂ ਇੱਥੇ ਵਿਸ਼ੇ ਵਿਕਾਰਾਂ ਤੋਂ ਵੀ ਬੰਦ ਖਲਾਸੀ ਪ੍ਰਾਪਤ ਕਰ ਲੈਂਦੇ ਨੇ ਤੇ ਦਰਗਾਹ ਵਿੱਚ ਵੀ ਉਹਨਾਂ ਦਾ ਛੁਟਕਾਰਾ ਹੋ ਜਾਂਦਾ, ਕਿਉਂਕਿ ਗੁਰੂ ਨੇ ਨਾਮ ਜਪਿਆ ਤੇ ਜਿਨਨੇ ਨਾਮ ਜਪਿਆ ਉਹ ਕੇਤੀ ਛੁੱਟੀ ਨਾਲ ਇੱਕ ਦੇ ਪਿੱਛੇ ਹੋਰ ਖਾਏ ਘਨੇਰੀ, ਕਈਆਂ ਦਾ ਪਾਰ ਉਤਾਰਾ ਹੋ ਜਾਂਦਾ। ਭਾਵ ਉਹਨਾਂ ਦੇ ਬੋਲਾਂ ਨਾਲ ਉਹ ਆਪ ਤਾਂ ਛੁੱਟਦੇ ਹੀ ਨੇ, ਕਈਆਂ ਦਾ ਵੀ ਛੁਟਕਾਰਾ ਹੋ ਜਾਂਦਾ ਹੈ, ਕਿਉਂਕਿ ਜਾਂਕਾ ਕਹਿਆ ਦਰਗਹਿ ਚੱਲੇ, ਜਿਨ੍ਹਾਂ ਦਾ ਕਿਹਾ ਹੋਇਆ ਦਰਗਾਹ ਵਿੱਚ ਚੱਲਦਾ ਹੈ। ਕੱਲੀ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ। ਉਹ ਪ੍ਰਭੂ ਜਿਹਨੂੰ ਕੋਈ ਹੋਰ ਮਤ ਨਹੀਂ ਦੇ ਸਕਦਾ, ਨਾ ਉਹਨੂੰ ਕੋਈ ਮਤ ਲੈਣ ਦੀ ਲੋੜ ਪੈਂਦੀ ਹੈ, ਕਿਉਂਕਿ ਏਡਾ ਉਹ ਸ੍ਰੇਸ਼ਟ ਹੈ। ਉਹ ਆਪ ਹੀ ਜੀਵਾਂ ਨੂੰ ਘੱਲਦਾ ਤੇ ਆਪ ਹੀ ਹੁਕਮ ਦੇ ਵਿੱਚ ਬੁਲਾ ਲੈਂਦਾ। ਕਾਹੇ ਉਸਾਰੇ ਸਾਜ ਜਾਣੈ ਸਭ ਸੋਏ। ਉਹ ਰਚਨਾ ਨੂੰ ਢਾਉਂਦਾ ਵੀ ਆਪ ਹੈ, ਉਸਾਰਦਾ ਵੀ ਆਪ ਹੈ, ਪੈਦਾ ਵੀ ਆਪ ਕਰਦਾ ਹੈ ਤੇ ਸਾਰਾ ਕੁਝ ਫਿਰ ਜਾਣਦਾ ਵੀ ਹੈ। ਉਹ ਵਿਧਾਤਾ ਹੈ, ਸਾਰੀਆਂ ਵਿਧੀਆਂ ਦਾ ਮਾਲਕ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਇਸ ਕਰਕੇ ਜਿਨ੍ਹਾਂ ਤੇ ਨਦਰੇ ਕਰਮ ਕਰ ਦਿੰਦਾ ਹੈ ਮਾਲਕ, ਹੈ ਨਾਨਕ, ਉਹਨਾਂ ਨੂੰ ਬਖਸ਼ਿਸ਼ ਦੇ ਵਿੱਚ ਇੱਕ ਨਾਮ ਦੀ ਦਾਤ ਦਿੰਦਾ ਹੈ। ਭਾਵ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਮੁੱਖ ਵਾਕ ਸਾਨੂੰ ਬਖਸ਼ਿਆ, ਉਹਦਾ ਭਾਵ ਕਿ ਬਖਸ਼ਿਸ਼ ਦੇ ਵਿੱਚ ਪਰਮਾਤਮਾ ਦੇ ਦਰ ਤੋਂ ਸਾਨੂੰ ਨਾਮ ਦੀ ਜਿਹੜੀ ਦਾਤ ਹੈ ਉਹ ਮਿਲਦੀ ਹੈ। ਜਿਸ ਦਿਨ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਤੋਂ ਹੀ ਮੁੱਖ ਵਾਕ ਦੀ ਮਹਾਨਤਾ ਸਿੱਖ ਜਗਤ ਵਿੱਚ ਬੜੀ ਹੈ। ਜਦੋਂ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਨੈ ਸਭ ਪੰਥ, ਅਦਬ ਸਹਿਤ ਗ੍ਰੰਥ ਤਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਗਤਾਂ ਹੈਰਾਨ ਸਨ ਕਿ ਗੁਰੂ ਅਰਜਨ ਦੇਵ ਜੀ ਦਾ ਆਪਣਾ ਸ਼ਬਦ ਤੇ ਜਦੋਂ ਹੁਕਮ ਰੂਪ ਵਿੱਚ ਆਇਆ, ਸਤਿਗੁਰਾਂ ਹੱਥ ਜੋੜ ਕੇ ਇਕਾਗਰ ਹੋ ਕੇ ਸੁਣਿਆ। ਉਸ ਤੋਂ ਬਾਅਦ ਤਖਤ ਦਮਦਮਾ ਸਾਹਿਬ ਵਿਖੇ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ। ਹਜੂਰ ਸਾਹਿਬ ਵਿਖੇ ਮਾਰੂ ਮਹੱਲਾ ਪਹਿਲਾ, ਖੁੱਲਿਆ ਕਰਮ। ਸਤਿਗੁਰੂ ਸਾਹਿਬ ਜੀ ਨੇ ਵੱਖ-ਵੱਖ ਥਾਵਾਂ ਤੇ ਜਿੱਥੇ ਵੀ ਭਾਵੇਂ ਪਹਿਲਾ ਪ੍ਰਕਾਸ਼ ਕੀਤਾ, ਸੰਪੂਰਨਤਾ ਕੀਤੀ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ, ਉਹਨਾਂ ਥਾਵਾਂ ਤੇ ਜਿਹੜੇ ਮੁੱਖ ਵਾਕ ਆਏ ਅੱਜ ਵੀ ਸਾਡੇ ਇਤਿਹਾਸ ਨੇ ਉਹਨਾਂ ਨੂੰ ਸੰਭਾਲਿਆ ਹੋਇਆ। ਇੱਥੇ ਤੱਕ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਿਹੜਾ ਸਮਾਂ ਬੜਾ ਹੀ ਭਿਆਨਕ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ, ਉਸ ਸਮੇਂ ਵੀ ਗੁਰੂ ਕੇ ਸਿੱਖ ਕਿਹਾ ਕਰਦੇ ਸਨ, ਗੁਰੂ ਗ੍ਰੰਥ ਜੀ ਦਈ ਆਵਾਜ਼ ਸੋਊ ਕਰੈ ਗੋ ਹਮਰਾ ਕਾਜ, ਕਿ ਗੁਰੂ ਗ੍ਰੰਥ ਸਾਹਿਬ ਨੇ ਮੁੱਖ ਵਾਕ ਬਖਸ਼ਿਆ, ਆਵਾਜ਼ਾਂ ਦਿੱਤਾ, ਉਹ ਸਾਡਾ ਕਾਰਜ ਆਪ ਕਰਨਗੇ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਇੱਕ ਬ੍ਰਾਹਮਣ ਨੇ ਫਰਿਆਦ ਕੀਤੀ ਸੀ ਕਿ ਕਸੂਰ ਦੇ ਹਾਕਮ ਨੇ ਮੇਰੀ ਧਰਮ ਪਤਨੀ ਨੂੰ ਆਪਣੇ ਹਰਮਾਂ ਵਿੱਚ ਜ਼ਬਰਦਸਤੀ ਪਾਇਆ ਤੇ ਕਿਰਪਾ ਕਰਕੇ ਉਹਨੂੰ ਆਜ਼ਾਦ ਕਰਾਓ। ਇੱਕਦਮ ਸੁਣ ਕੇ ਸਰਦਾਰ ਹਰੀ ਸਿੰਘ ਭੰਗੀ ਤੁਰ ਪਏ। ਕੁਝ ਸਿੱਖ ਕਹਿਣ ਲੱਗੇ ਕਿ ਉਹਦੇ ਕੋਲ ਕਿਲੇ ਬੜੇ ਨੇ, ਤਾਕਤ ਬੜੀ, ਸਾਨੂੰ ਥੋੜਾ ਜਿਹਾ ਸਮਾਂ ਵਿਚਾਰ ਲੈਣਾ ਚਾਹੀਦਾ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕਿਹਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪੁੱਛਦੇ ਹਾਂ। ਤੇ ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸਾਹਿਬ ਸੱਚੀ ਹੈ ਦੇ, ਕਰ ਕਿਰਪਾ ਸੰਗਤ ਕੋ ਵਾਕ ਦੇਹੋ। ਜਦੋਂ ਅਰਦਾਸ ਕੀਤੀ ਗਈ ਤੇ ਕਹਿੰਦੇ ਅਰਦਾਸ ਕਰਕੇ ਚੱਕ ਪੱਤਰੇ ਜਬ ਗ੍ਰੰਥ ਜੀ ਦੇਖਾ, ਬਸੰਤ ਰਾਗ ਕੋ ਆਇਓ ਲੇਖਾ, ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ। ਹੁਕਮਨਾਮਾ ਆਇਆ ਕਿ ਜੇ ਮਾਲਕ ਕਿਰਪਾ ਕਰੇ ਇੱਕ ਦੋ ਕੀ ਪੰਜੇ ਮਹਾਬਲੀ ਜਿਹੜੇ ਵਕਾਰ ਨੇ ਇਹਨਾਂ ਨੂੰ ਵੀ ਬੰਨ ਲਈਦਾ। ਗੁਰੂ ਖਾਲਸਾ ਅਰਦਾਸ ਕਰਕੇ ਤੁਰਿਆ। ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਸੀ ਤੇ ਸਰਦਾਰ ਲਛਮਣ ਸਿੰਘ ਧਾਰੋਵਾਲੀ ਹੋਣਾ ਅਰਦਾਸ ਕੀਤੀ। ਮੁੱਖ ਵਾਕ ਆਇਆ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਇਸੇ ਸ਼ਬਦ ਵਿੱਚ ਅੱਗੇ ਆਉਂਦਾ, ਤਨ ਮਨ ਕਾਟ ਕਾਟ ਸਭ ਅਰਪੀ,
ਸੰਗਤ ਪੁੱਛਣ ਲੱਗੀ, ਜਥੇਦਾਰ ਜੀ ਕੀ ਹੁਕਮ ਹੈ? ਤੇ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਨੇ ਕਿਹਾ, ਮੇਰੇ ਗੁਰੂ ਦਾ ਹੁਕਮ ਹੈ ਵੀ ਨਨਕਾਣਾ ਸਾਹਿਬ ਤਾਂ ਆਜ਼ਾਦ ਹੋਵੇਗਾ, ਪਰ ਸ਼ਹੀਦੀਆਂ ਤੁਹਾਡੀਆਂ ਵੀ ਹੋਣੀਆਂ ਨੇ। ਉਸ ਵੇਲੇ ਅਰਦਾਸ ਕਰਕੇ ਮੁੱਖ ਵਾਕ ਲੈ ਕੇ ਤੁਰੇ। ਇੱਥੇ ਤੱਕ ਕਿ ਵੱਖ-ਵੱਖ ਸਮਿਆਂ ਤੇ ਸਤਿਗੁਰੂ ਨੇ ਜਿਹੜੀ ਅਗਵਾਈ ਬਖਸ਼ਿਸ਼ ਕੀਤੀ, ਅੱਜ ਵੀ ਉਹ ਮੁੱਖ ਵਾਕ ਸੰਭਾਲੇ ਹੋਏ ਨੇ। ਤੇ ਖਾਸ ਕਰਕੇ ਅੱਜ ਤੋਂ 30 ਸਾਲ ਪਹਿਲਾਂ 31 ਅਕਤੂਬਰ ਤੇ 1984 ਦਾ ਦਿਨ, ਤੇ ਉਸ ਦਿਨ ਵੀ ਜਦੋਂ ਇਹ ਭਾਣਾ ਵਰਤਿਆ ਤੇ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਸੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਵੀ ਸੱਚਮੁੱਚ ਕਿਸੇ ਨਾ ਕਿਸੇ ਰੂਪ ਵਿੱਚ ਜਦੋਂ ਹਰਨਾਕਸ਼ ਆਵੇਗਾ ਤੇ ਉਹਨੂੰ ਸੋਧਾ ਲਾਉਣ ਵਾਸਤੇ ਮਾਲਕ ਕਦੇ ਕਿਰਪਾ ਕਰਕੇ ਨਰ ਸਿੰਘ ਅਵਤਾਰ, ਕਦੇ ਕਿਰਪਾ ਕਰਕੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਕਦੇ ਭਾਈ ਸੁੱਖਾ, ਭਾਈ ਜਿੰਦਾ, ਤੇ ਕਦੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੂੰ ਭੇਜਦਾ ਹੈ, ਕਿਉਂਕਿ ਮਾਲਕ ਦੀ ਸ਼ੁਰੂ ਤੋਂ ਹੀ ਬਾਣ ਹੈ, ਨਾਥ ਅਨਾਥਾਂ ਬਾਣ ਤੁਰਾਂਦੀ, ਕਿਉਂਕਿ ਸੋ ਡਰੈ ਜੇ ਪਾਪ ਕਮਾਵੰਦਾ, ਧਰਮੀ ਬਖਸ਼ੇਤ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਵੇਖੋ ਅਕਤੂਬਰ ਤੋਂ ਲੈ ਕੇ ਤੇ ਜਨਵਰੀ ਮਹੀਨਾ ਕੋਈ 3 ਮਹੀਨੇ ਦਾ ਸਮਾਂ ਬਣਦਾ ਹੈ। ਸ਼ਹੀਦ ਭਾਈ ਸਤਵੰਤ ਸਿੰਘ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਪਰ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਹਜ਼ਾਰਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਜਿੰਦੇ ਸਾੜਿਆ ਗਿਆ। ਉਹਨਾਂ ਨੂੰ ਕਈ ਤਰ੍ਹਾਂ ਦੇ ਉਹਨਾਂ ਦੀ ਜਾਇਦਾਦ ਦਾ, ਸੰਪਤੀ ਦਾ ਨੁਕਸਾਨ ਕੀਤਾ, ਪਰ ਅੱਜ 30 ਸਾਲ ਬਤੀਤ ਹੋ ਜਾਣ ਦੇ ਬਾਵਜੂਦ ਵੀ ਇਸ ਹਿੰਦੁਸਤਾਨ ਦੇ ਅੰਦਰ ਕੋਈ ਕਿਸੇ ਕਿਸਮ ਦਾ ਜਿਹੜਾ ਨਿਆਂ ਹੈ ਉਹ ਨਹੀਂ ਦਿੱਤਾ ਗਿਆ। ਇਸੇ ਕਰਕੇ ਡਾਕਟਰ ਮੁਹੰਮਦ ਇਕਬਾਲ ਹੋਰਾਂ ਕਿਹਾ ਸੀ, ਸ਼ਰਮਸ਼ੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ, ਕਿ ਕੁਝ ਲੋਕਾਂ ਵਾਸਤੇ ਕਾਨੂੰਨ ਹੋਰ ਤੇ ਸਿੱਖਾਂ ਵਾਸਤੇ ਘੱਟ ਗਿਣਤੀਆਂ ਵਾਸਤੇ ਕਾਨੂੰਨ ਹੋਰ ਹੋਵੇ, ਕਿਉਂਕਿ ਅੱਜ ਤੱਕ ਵੀ ਇਹ ਬੇਇਨਸਾਫੀ ਜਿਹੜੀ ਹੈ ਹੁੰਦੀ ਆਈ ਹੈ। ਅੱਜ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸ਼ਹੀਦ ਭਾਈ ਬੇਅੰਤ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਜੋ ਮੁੱਖ ਵਾਕ ਆਇਆ, ਉਹਦਾ ਇਤਿਹਾਸ ਆਪ ਸੰਗਤਾਂ ਨਾਲ ਸਾਂਝਾ ਕੀਤਾ ਕਿ ਕਿਵੇਂ ਸਮੇਂ-ਸਮੇਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪ ਅਗਵਾਈ ਬਖਸ਼ਿਸ਼ ਕੀਤੀ ਹੈ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਈ, ਢਾਹੇ ਉਸਾਰੇ ਸਾਜ ਜਾਣੈ ਸਭ ਸੋਈ, ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।